ਰੋਜ਼ਾਨਾ ਲੋਕਨਾਥ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਖਾਨ। ਅੱਜ ਅਸੀਂ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਵਿਧਾਨ ਸਭਾ ਇਲੈਕਸ਼ਨ ਦੀਆਂ, ਕਿਉਂਕਿ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਤਾਂ ਕੀਤੀਆਂ ਜਾ ਰਹੀਆਂ ਨੇ, ਪਰ ਕੀ ਇਹ ਚੋਣਾਂ ਹੋਣਗੀਆਂ, ਸਮੇਂ ਸਿਰ ਹੋਣਗੀਆਂ? ਕਿਉਂਕਿ ਚੋਣਾਂ ਮੁਲਤਵੀ ਕਰਨ ਦੇ ਸੰਦੇਸ਼ ਮਿਲ ਰਹੇ ਨੇ। ਕਿਸ ਦੇ ਵੱਲੋਂ ਕਿਸ ਨੂੰ ਅਪੀਲ ਕੀਤੀ ਆ ਕਿ ਆਖਰ ਚੋਣਾਂ ਮੁਲਤਵੀ ਹੋਣਗੀਆਂ, ਤੇ ਜੇ ਹੋਣਗੀਆਂ ਤਾਂ ਇਸ ਦਾ ਕਿੰਨਾ ਕੁ ਪਾਰਟੀਆਂ ਨੂੰ ਫਾਇਦਾ ਹੋਵੇਗਾ ਤੇ ਕਿੰਨਾ ਕੁ ਨੁਕਸਾਨ ਹੋਵੇਗਾ? ਇਸ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਤੇ ਨਾਲ ਹੀ ਚਰਚਾ ਕਰਾਂਗੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ। ਮੋਗਾ ਦੇ ਵਿੱਚ ਰਾਹੁਲ ਗਾਂਧੀ ਪਹੁੰਚਣਗੇ, ਕੀ ਐਲਾਨ ਕਰਨਗੇ, ਕਿ ਹੁਣ ਤੱਕ ਜਿਹੜੀ ਲਿਸਟ ਫਾਈਨਲ ਕਰ ਚੁੱਕੇ ਨੇ ਉਹ ਲਿਸਟ ਕਦੋਂ ਤੱਕ ਜਨਤਕ ਹੋਵੇਗੀ ਉਮੀਦਵਾਰਾਂ ਦੀ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਮਜੀਠੀਆ ਦੀ, ਕਿਉਂਕਿ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ। ਪੁਲਿਸ ਦੇ ਵੱਲੋਂ ਹੁਣ ਕਿੱਥੇ ਛਾਪੇਮਾਰੀ ਕੀਤੀ ਗਈ ਆ ਤੇ ਕੀ ਵਿਕਰਮ ਮਜੀਠੀਆ ਦੀ ਕਦੋਂ ਤੱਕ ਗ੍ਰਿਫਤਾਰੀ ਹੋਵੇਗੀ, ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਤੇ ਭਾਜਪਾ ਦੇ ਵੱਲੋਂ ਹੁਣ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ, ਵੱਡੇ ਦਾਅਵੇ ਕੀਤੇ ਨੇ, ਐਲਾਨ ਕੀਤੇ ਨੇ, ਜਿਸ ਤੋਂ ਬਾਅਦ ਸ਼ਾਇਦ ਵਿਰੋਧੀ ਪਾਰਟੀਆਂ ਦੇ ਪਸੀਨੇ ਛੁੱਟਣੇ ਲਾਜ਼ਮੀ ਨੇ। ਕੀ ਨੇ ਉਹ ਐਲਾਨ, ਕੀ ਨੇ ਉਹ ਦਾਅਵੇ, ਸਾਰੇ ਮੁੱਦੇ ਤੇ ਚਰਚਾ ਕਰਾਂਗੇ। ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਪ੍ਰੋਗਰਾਮ 'ਚ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਖਾਨ ਸਾਹਿਬ। ਡਾਕਟਰ ਸਾਹਿਬ, ਇੱਕ ਪਾਸੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਤਿਆਰੀਆਂ ਦੇ ਵਿੱਚ ਲੱਗੀਆਂ ਹੋਈਆਂ ਨੇ, ਕੁਝ ਅਜਿਹੀਆਂ ਪਾਰਟੀਆਂ ਨੇ ਜਿਵੇਂ ਹੁਣ ਕਿਸਾਨਾਂ ਦੀ ਗੱਲ ਕਰੀਏ, ਕਿਸਾਨ ਜਿਹੜੇ ਆਪਣੀ ਵੱਖਰੀ ਪਾਰਟੀ ਬਣਾ ਚੁੱਕੇ ਨੇ, ਸੰਯੁਕਤ ਸਮਾਜ ਮੋਰਚਾ। ਸਵਾਲ ਇਹੀ ਉੱਠ ਰਹੇ ਨੇ ਕਿ ਸਮਾਂ ਬਹੁਤ ਘੱਟ ਆ, ਹਾਲੇ ਸਿੰਬਲ ਨਹੀਂ ਮਿਲਿਆ, ਪਰ ਕੀ ਚੋਣਾਂ ਮੁਲਤਵੀ ਹੋ ਸਕਦੀਆਂ ਨੇ ਤਾਂ ਇਸ ਦਾ ਫਾਇਦਾ ਵੀ ਮਿਲੇਗਾ ਜਾਂ ਨੁਕਸਾਨ ਹੋਵੇਗਾ? ਕਿਉਂਕਿ ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਆ, ਕਿਉਂਕਿ ਦੇਸ਼ ਦੇ ਵਿੱਚ ਓਮਿਕਰੋਨ ਤੇ ਕਰੋਨਾ ਦੇ ਮਾਮਲੇ ਵੱਧ ਰਹੇ ਨੇ, ਜਿਸ ਨੂੰ ਦੇਖਦੇ ਹੋਏ ਪੰਜਾਬ ਸਮੇਤ ਸ਼ਾਇਦ 5 ਰਾਜਾਂ ਦੀਆਂ ਜਿਹੜੀਆਂ ਹੋਣ ਵਾਲੀਆਂ ਚੋਣਾਂ ਮੁਲਤਵੀ ਹੋ ਜਾਣ। ਕਿਵੇਂ ਦੇਖਦੇ ਹੋ, ਕਿੰਨਾ ਕੁ ਫਾਇਦਾ ਹੋਵੇਗਾ, ਕਿੰਨਾ ਕੁ ਨੁਕਸਾਨ ਹੋਵੇਗਾ? ਜੀ ਖਾਨ ਸਾਹਿਬ, ਦੇਖੋ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਕਰੋਨਾ ਨੂੰ ਲੈ ਕੇ ਬੜੇ ਸ਼ੰਕੇ ਲੋਕਾਂ ਦੇ ਮਨਾਂ ਦੇ ਵਿੱਚ ਸੀਗੇ ਕਿ ਇਹਦਾ ਕੀ ਬਣੇਗਾ। ਔਰ ਉਸ ਦੌਰਾਨ ਵੀ ਆਪਾਂ ਨੇ ਦੇਖਿਆ ਕਿ ਬੰਗਾਲ ਦੇ ਵਿੱਚ ਜਦੋਂ ਚੋਣਾਂ ਦਾ ਦੌਰ ਚੱਲ ਰਿਹਾ ਸੀਗਾ ਜਾਂ ਬਾਕੀ ਸੂਬਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਸੀਗੀਆਂ, ਤਾਂ ਉਦੋਂ ਵੀ ਲਗਭਗ ਇਸੇ ਤਰ੍ਹਾਂ ਦਾ ਦੌਰ ਸੀਗਾ ਔਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਸੀਗਾ ਕਿ ਸ਼ਾਇਦ ਇਹ ਸਾਰਾ ਕੁਝ ਜਿਹੜਾ ਹੈਗਾ ਪੋਸਟਪੋਨ ਕੀਤਾ ਜਾਏ। ਉਦੋਂ ਵੀ ਇਹੀ ਗੱਲਾਂ ਚੱਲ ਰਹੀਆਂ ਸੀਗੀਆਂ, ਪਰ ਹੁਣ ਆਪਾਂ ਨੂੰ ਪਤਾ ਹੈ ਕਿ ਨਵਾਂ ਵੇਰੀਐਂਟ ਆਇਆ ਹੈ ਕਰੋਨਾ ਦਾ, ਔਰ ਉਸ ਨੂੰ ਲੈ ਕੇ ਲਗਭਗ ਇਸ ਵੇਲੇ 500 ਦੇ ਕਰੀਬ ਜਿਹੜੇ ਨਵੇਂ ਮਰੀਜ਼ ਨੇ ਉਹ ਭਾਰਤ ਦੇ ਵਿੱਚ ਦਿਖਾਈ ਦਿੱਤੇ ਨੇ। ਸੋ ਉਸ ਨੂੰ ਲੈ ਕੇ ਕੋਰਟ ਜਿਹੜੀ ਹੈ ਫਿਕਰਮੰਦ ਹੈ। ਖਾਸ ਤੌਰ ਤੇ ਤੁਸੀਂ ਲਖਨਊ ਦੀ ਗੱਲ ਕੀਤੀ ਹੈ, ਔਰ ਉਸ ਕੋਰਟ ਨੇ ਇੱਕ ਬਕਾਇਦਾ ਤੌਰ ਤੇ ਚਿੱਠੀ ਲਿਖ ਕੇ ਕੇਂਦਰ ਸਰਕਾਰ ਨੂੰ ਕਿਹਾ ਹੈ, ਉਹਨਾਂ ਨੂੰ ਉੱਤੋਂ ਮੰਗ ਕੀਤੀ ਹੈ ਕਿ ਜੇਕਰ ਤੁਸੀਂ ਠੀਕ ਸਮਝਦੇ ਹੋ ਤਾਂ ਜ਼ਰੂਰ ਚੋਣਾਂ ਜਿਹੜੀਆਂ ਨੇ ਉਹ ਮੁਲਤਵੀ ਕੀਤੀਆਂ ਜਾ ਸਕਦੀਆਂ ਨੇ। ਇਸ ਤਰ੍ਹਾਂ ਦਾ ਲੈਟਰ ਜ਼ਰੂਰ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਕੋਰਟ ਵੱਲੋਂ ਲਿਖਿਆ ਗਿਆ ਹੈ। ਪਰ ਇਹਦੇ ਉੱਤੇ ਜਿਹੜੀ ਹੈਗੀ ਹੈ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਂ ਕੋਈ ਆਪਾਂ ਕਹਿ ਸਕਦੇ ਹਾਂ ਕਿ ਸੈਂਟਰ ਸਰਕਾਰ ਕੋਈ ਇਹਦੇ ਤੇ ਵੱਡਾ ਫੈਸਲਾ ਲਵੇਗੀ, ਇਹ ਹੁਣ ਸਮੇਂ ਨੇ ਦੱਸਣਾ ਹੈ। ਪਰ ਫਿਲਹਾਲ ਇਹ ਜਿਹੜਾ ਹੈਗਾ ਇਦਾਂ ਦੀ ਕੋਈ ਸੰਭਾਵਨਾਵਾਂ ਘੱਟ ਨਜ਼ਰ ਆਉਂਦੀਆਂ ਨੇ ਕਿ ਇਸ ਨੂੰ ਲੈ ਕੇ, ਇਸ ਚਿੱਠੀ ਨੂੰ ਲੈ ਕੇ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਜਾਂ ਜਿਹੜੀਆਂ ਚੋਣ ਕਮਿਸ਼ਨ ਹੈ, ਸੈਂਟਰ ਦਾ ਜਿਹੜਾ ਮੁੱਖ ਚੋਣ ਕਮਿਸ਼ਨ ਹੈ ਭਾਰਤ ਦਾ, ਉਹ ਕੋਈ ਵੱਡਾ ਡਿਸੀਜਨ ਲੈ ਲੇ। ਇਸ ਤਰ੍ਹਾਂ ਦੀਆਂ ਹਜੇ ਘੱਟ ਸੰਭਾਵਨਾਵਾਂ ਨੇ। ਹਾਂ, ਕੱਲ ਨੂੰ ਇਹ ਜੇਕਰ ਮਰੀਜ਼ ਵੱਧਦੇ ਨੇ ਔਰ ਕਾਫੀ ਵੱਡੀ ਸੰਕਟ ਆਉਂਦੇ ਹੀ ਹੈ ਸਿਹਤ ਨੂੰ ਲੈ ਕੇ, ਤਾਂ ਲਾਜ਼ਮੀ ਤੌਰ ਤੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਪਰ ਫਿਲਹਾਲ ਕੋਈ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ ਕਿ 500 ਮਰੀਜ਼ਾਂ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਕਿ ਚੋਣਾਂ ਨੂੰ ਮੁਲਤਵੀ ਕੀਤਾ ਜਾਏ ਜਾਂ ਪੋਸਟਪੋਨ ਕੀਤਾ ਜਾਏ। ਹਾਂ, ਆਪਾਂ ਕਹਿ ਸਕਦੇ ਹਾਂ ਕਿ ਇਹਦੇ ਨਾਲ ਇੱਕ ਖਤਰਾ ਜ਼ਰੂਰ ਖੜਾ ਹੋਇਆ ਹੈ ਔਰ ਜ਼ਰੂਰ ਕੁਐਸਚਨ ਮਾਰਕ ਲੱਗਿਆ ਹੈ ਚੋਣਾਂ ਦੇ ਉੱਤੇ। ਔਰ ਜੇਕਰ ਇਹ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜੇਕਰ ਇਹ ਬਿਮਾਰੀ, ਭਿਆਨਕ ਬਿਮਾਰੀ ਲਗਾਤਾਰ ਵੱਧਦੀ ਹੈ ਤਾਂ ਇਹਦੇ ਨਾਲ ਕਾਫੀ ਸਮੱਸਿਆਵਾਂ ਆ ਸਕਦੀਆਂ ਨੇ। ਔਰ ਜੇਕਰ ਇਹ ਪੋਸਟਪੋਨ ਹੁੰਦੀਆਂ ਨੇ, ਜਿਹੜਾ ਤੁਸੀਂ ਅਗਲਾ ਸਵਾਲ ਪੁੱਛਿਆ ਸੀਗਾ ਕਿ ਉਹਦਾ ਫਾਇਦਾ ਕਿਹਨੂੰ ਹੋਏਗਾ, ਕਿਹੜੀ ਪਾਰਟੀ ਨੂੰ ਹੋ ਸਕਦਾ ਹੈ ਪੋਸਟਪੋਨ ਦੇ ਨਾਲ, ਉਹ ਵੱਡਾ ਸਵਾਲ ਇਹੀ ਹੈ ਕਿ ਬੀਜੇਪੀ ਨੂੰ ਫਾਇਦਾ ਹੁੰਦਾ ਨਜ਼ਰ ਆਏਗਾ। ਕਿਉਂਕਿ ਬੀਜੇਪੀ ਦੇ ਆਪਾਂ ਨੂੰ ਪਤਾ ਹੈ ਕਿ ਜਿਹੜੇ 5 ਸਟੇਟਾਂ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ ਬੀਜੇਪੀ ਦੇ, ਉਸ ਨੂੰ ਲੈ ਕੇ ਕਾਫੀ ਵੱਡੇ ਸਵਾਲ ਲੋਕ ਜਿਹੜੇ ਨੇ ਬੀਜੇਪੀ ਦੇ ਚੁੱਕ ਰਹੇ ਨੇ, ਚਾਹੇ
ਪੰਜਾਬ ਹੋਵੇ, ਚਾਹੇ ਯੂਪੀ ਹੋਵੇ, ਚਾਹੇ ਉੱਤਰਾਖੰਡ ਹੋਵੇ, ਕਿਉਂਕਿ ਹਜੇ ਤਾਜ਼ਾ ਜਿਹੜਾ ਹੈਗਾ ਕਿਸਾਨ ਮੋਰਚਾ, ਕਿਸਾਨੀ ਸੰਘਰਸ਼ ਜਿਹੜਾ ਹੈਗਾ ਉਹ ਵਾਪਸ ਹੋਇਆ, ਕਿਸਾਨ ਬਿੱਲ ਵਾਪਸ ਹੋਏ ਨੇ ਔਰ ਲੋਕ ਆਪਣੇ ਘਰਾਂ ਨੂੰ ਵਾਪਸ ਆਨੇ, ਯਾਨੀ ਕਿ ਉਹਦਾ ਪ੍ਰਭਾਵ ਵੱਖ-ਵੱਖ ਸਟੇਟਾਂ ਦੇ ਵਿੱਚ ਹੈ ਔਰ ਉਸ ਪ੍ਰਭਾਵ ਨੂੰ ਕਿਤੇ ਨਾ ਕਿਤੇ ਬੀਜੇਪੀ ਜ਼ਰੂਰ ਪਿੱਛੇ ਪਾਉਣਾ ਚਾਹੇਗੀ, ਉਹਨੂੰ ਖਤਮ ਕਰਨਾ ਚਾਹੇਗੀ ਕਿ ਜਦੋਂ ਇਹ ਪ੍ਰਭਾਵ ਸਾਰਾ ਖਤਮ ਹੋ ਜਾਏਗਾ ਉਸ ਵੇਲੇ ਚੋਣਾਂ ਹੁੰਦੀਆਂ ਜਾਂ ਹੋਈਆਂ ਜਾਂ ਕੀਤੀਆਂ ਜਾਣ ਤਾਂ ਉਹਦੇ ਨਾਲ ਬੀਜੇਪੀ ਨੂੰ ਹੋ ਸਕਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਦਾਂ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆਉਂਦੀਆਂ ਨੇ ਕਿ ਜੇਕਰ ਬੀਜੇਪੀ ਨੂੰ ਲੱਗਦਾ ਹੈ ਉਹਦੀ ਕੈਲਕੂਲੇਸ਼ਨ ਦੇ ਰਾਹੀਂ ਕਿ ਪੋਸਟਪੋਨ ਕਰਨ ਦੇ ਨਾਲ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ, ਜਿੰਨਾ ਦੇਰ ਦੇ ਨਾਲ ਇਹ ਸਾਰੀ ਚੀਜ਼ ਜਾਏਗੀ ਔਰ ਜਿੰਨੀ ਦੇਰ ਦੇ ਨਾਲ ਚੋਣਾਂ ਹੋਣਗੀਆਂ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਬੀਜੇਪੀ ਦੇ ਪੈਰ ਲੱਗਦੇ ਤੁਹਾਨੂੰ ਦਿਖਾਈ ਦੇਣਗੇ। ਸੋ ਕੋਸ਼ਿਸ਼ ਹੈ ਕਿ ਬੀਜੇਪੀ ਇਹ ਕੋਸ਼ਿਸ਼ ਕਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਇਹ ਸਾਰੀ ਚੀਜ਼ ਨੂੰ ਪੋਸਟਪੋਨ ਕਰਨ ਦੇ ਵਿੱਚ ਜਿਹੜਾ ਹੈਗਾ ਆਪਣੀ ਕਾਰਵਾਈ ਕਰੇ। ਸੋ ਦੋਵੇਂ ਪਾਸੇ ਨੇ ਕਿ ਇੱਕ ਪਾਸੇ ਤਾਂ ਜਿਵੇਂ ਜੇ ਅਸੀਂ ਪਿਛਲੇ ਇਤਿਹਾਸ ਨੂੰ ਦੇਖਦੇ ਹਾਂ, ਪਿਛਲੇ ਵਾਰੀ ਜਦੋਂ 5 ਸਟੇਟਾਂ ਦੇ ਵਿੱਚ 21 ਦੇ ਵਿੱਚ ਚੋਣਾਂ ਸੀਗੀਆਂ ਤਾਂ ਉਸ ਵੇਲੇ ਵੀ ਇਦਾਂ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਸੀਗੀਆਂ, ਪਰ ਹੁਣ ਜਿਹੜੀਆਂ ਹੁਣ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਨੇ, ਜੇਕਰ ਇਹਦੇ ਉੱਤੇ ਅਮਲ ਕੀਤਾ ਜਾਂਦਾ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਬੀਜੇਪੀ ਨੂੰ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਖਾਨ ਸਾਹਿਬ ਜੀ ਬਿਲਕੁਲ, ਡਾਕਟਰ ਸਾਹਿਬ ਗੱਲ ਕੀਤੀ ਜਾਵੇ ਵਿਕਰਮ ਮਜੀਠੀਆ ਦੀ ਤਾਂ ਵਿਕਰਮ ਮਜੀਠੀਆ ਨੂੰ ਜਿਹੜਾ ਅਦਾਲਤ ਦੇ ਵੱਲੋਂ ਝਟਕਾ ਲੱਗਿਆ ਸੀ, ਜਿਹੜੀ ਅਗਾਊ ਜ਼ਮਾਨਤ ਅਰਜੀ ਦਾਖਲ ਕੀਤੀ ਸੀ ਉਹ ਰੱਦ ਹੋਣ ਤੋਂ ਬਾਅਦ ਹੁਣ ਹਾਈ ਕੋਰਟ ਦਾ ਰੁਖ ਹਾਲੇ ਤੱਕ ਨਹੀਂ ਕੀਤਾ ਗਿਆ ਤੇ ਉਧਰ ਸਿੱਟ ਦੇ ਵੱਲੋਂ ਲਗਾਤਾਰ ਵਿਕਰਮ ਮਜੀਠੀਆ ਦੀ ਭਾਲ ਕੀਤੀ ਜਾ ਰਹੀ ਹੈ। ਜਿਵੇਂ ਕਿ ਬੀਤੇ ਦਿਨੀ ਸਭ ਨੂੰ ਯਾਦ ਹੋਵੇਗਾ, ਸਪੀਚ ਸੁਣੀ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ, ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਆਪਣੀ ਸਰਕਾਰ ਦੇ ਉੱਤੇ ਬਟਾਲਾ ਦੇ ਵਿੱਚ ਰੈਲੀ ਦੌਰਾਨ ਸਵਾਲ ਚੁੱਕੇ ਸੀ, ਕਿਹਾ ਸੀ ਕਿ FIR ਦਰਜ ਕਰਨ ਦੇ ਨਾਲ ਕੁਝ ਨਹੀਂ ਹੁੰਦਾ, ਵਿਕਰਮ ਮਜੀਠੀਆ ਨੂੰ ਅੰਦਰ ਕਰੋ। ਉਸ ਤੋਂ ਬਾਅਦ ਤੇਜ਼ ਹੋ ਗਈ ਹੈ ਭਾਲ ਵਿਕਰਮ ਮਜੀਠੀਆ ਦੀ ਤੇ ਵਿਕਰਮ ਮਜੀਠੀਆ ਦੇ ਨਜ਼ਦੀਕੀਆਂ ਦੇ ਘਰੇ ਵੀ ਛਾਪੇਮਾਰੀ ਕੀਤੀ ਜਾ ਰਹੀ ਆ। ਬੀਤੇ ਦਿਨੀ ਵਿਕਰਮ ਮਜੀਠੀਆ ਦੇ ਨਜ਼ਦੀਕੀਆਂ ਦੇ ਘਰੇ ਛਾਪੇਮਾਰੀ ਕੀਤੀ ਗਈ ਆ। ਹਾਲਾਂਕਿ ਵਿਕਰਮ ਮਜੀਠੀਆ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਵਿਕਰਮ ਮਜੀਠੀਆ ਜਦੋਂ ਰੁਕ ਕਰਨਗੇ ਹਾਈ ਕੋਰਟ ਦਾ, ਹਾਈ ਕੋਰਟ ਤੋਂ ਕਿੰਨੀ ਕੁ ਉਮੀਦਾਂ ਨੇ, ਕਿਉਂਕਿ NDPS ਦੀ ਧਾਰਾ ਲੱਗੀਆਂ ਹੋਈਆਂ ਨੇ, ਉਸ ਤੋਂ ਕਿੰਨੀ ਕੁ ਉਮੀਦਾਂ ਨੇ ਹਾਈ ਕੋਰਟ ਤੋਂ ਰਾਹਤ ਮਿਲਣ ਦੀ ਜਾਂ ਫਿਰ ਮੁੜ ਤੋਂ ਝਟਕਾ ਲੱਗਣ ਦੀ ਉਮੀਦ ਆ ਵਿਕਰਮ ਮਜੀਠੀਆ ਨੂੰ? ਖਾਨ ਸਾਹਿਬ ਦੇਖੋ, ਕਿਉਂਕਿ ਹਾਈ ਕੋਰਟ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਨੇ ਲਗਾਤਾਰ, ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸੈਟਰਡੇ ਸੰਡੇ ਸੀਗਾ, ਸ਼ਨੀਵਾਰ ਐਤਵਾਰ ਹੋਣ ਕਰਕੇ ਅਦਾਲਤਾਂ ਬੰਦ ਹੁੰਦੀਆਂ ਨੇ। ਸੋ ਅੱਜ ਸੰਭਾਵਨਾਵਾਂ ਹੈਗੀਆਂ ਨੇ ਕਿ ਸਪੈਸ਼ਲ ਜਿਹੜੀ ਕੋਰਟ ਲੱਗਦੀ ਹੈ ਛੁੱਟੀਆਂ ਦੇ ਦੌਰਾਨ, ਤਾਂ ਉਸ ਕੋਰਟ ਦੇ ਵਿੱਚ ਖਾਸ ਤੌਰ ਤੇ ਮਜੀਠੀਆ ਸਾਹਿਬ ਆਪਣੀ ਐਪਲੀਕੇਸ਼ਨ ਲੈ ਕੇ, ਜ਼ਮਾਨਤ ਦੀ ਅਰਜ਼ੀ ਲੈ ਕੇ ਜਿਹੜੀ ਹੈਗੀ ਜਾ ਸਕਦੇ ਨੇ। ਸੋ ਅੱਜ ਦਖਲ ਹੋ ਸਕਦੀ ਹੈ ਔਰ ਹੁਣ ਡਿਪੈਂਡ ਕਰੇਗਾ ਕਿ ਉਹ ਆਪਣੇ ਜਿਹੜੇ ਤਰਕ ਨੇ, ਆਪਣੇ ਤੱਥ ਨੇ ਜਿਹੜੇ, ਉਹ ਕਿਸ ਤਰ੍ਹਾਂ ਪੇਸ਼ ਕਰਦੇ ਨੇ। ਲਗਾਤਾਰ ਉਹ ਇਹੀ ਕਹਿੰਦੇ ਆ ਰਹੇ ਨੇ ਕਿ ਸਾਰਾ ਇਹ ਸਿਆਸੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਜੇਕਰ ਉਹ ਕੋਰਟ ਨੂੰ ਜਾਂ ਜੱਜ ਸਾਹਿਬਾਨ ਨੂੰ ਆਪਣੀ ਗੱਲ ਮਨਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਜ਼ਮਾਨਤ ਮਿਲਣ ਦੀਆਂ ਸੰਭਾਵਨਾਵਾਂ ਵੀ ਨਜ਼ਰ ਆਉਂਦੀਆਂ ਨੇ। ਪਰ ਜੇਕਰ ਉਹ ਕਾਮਯਾਬ ਨਹੀਂ ਹੁੰਦੇ ਔਰ ਉਸੇ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਛੇਤੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਪ੍ਰੈਸ਼ਰ ਹੈ, ਆਮ ਲੋਕਾਂ ਦਾ ਪ੍ਰੈਸ਼ਰ ਹੈ ਔਰ ਵਿਰੋਧੀ ਪਾਰਟੀਆਂ ਦਾ ਪ੍ਰੈਸ਼ਰ ਹੈ ਇਸ ਵੇਲੇ ਕਾਂਗਰਸ ਦੇ ਉੱਤੇ ਕਿ ਕਿਵੇਂ ਨਾ ਕਿਵੇਂ ਹਰ ਹਾਲਤ ਦੇ ਵਿੱਚ ਮਜੀਠੀਆ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਵੇ। ਸੋ ਜੇਕਰ ਇਹ ਗੱਲ ਹੁੰਦੀ ਹੈ ਤਾਂ ਇਹਦੇ ਨਾਲ ਬਹੁਤ ਵੱਡਾ ਝਟਕਾ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਨੂੰ ਲੱਗ ਸਕਦਾ ਹੈ। ਔਰ ਅਕਾਲੀ ਦਲ, ਆਪਾਂ ਦੇਖਿਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ 3 ਕਾਲੇ ਕਾਨੂੰਨ ਲਾਗੂ ਕੀਤੇ ਗਏ ਸੀਗੇ, ਉਦੋਂ ਤੋਂ ਲੈ ਕੇ ਹੁਣ ਤੱਕ ਬੈਕਫੁੱਟ ਤੇ ਜਾ ਰਿਹਾ ਹੈ ਔਰ ਲਗਾਤਾਰ ਕਿਸਾਨੀ, ਖਾਸ ਤੌਰ ਤੇ ਜੇ ਆਪਾਂ ਪਿੰਡਾਂ ਦੀ ਕਿਸਾਨੀ ਦੀ ਗੱਲ ਕਰਦੇ ਹਾਂ, ਜਿਹੜੀ ਛੋਟੀ ਕਿਸਾਨੀ ਹੈ ਜਾਂ ਮੱਧਲੀ ਕਿਸਾਨੀ ਹੈ, ਉਹ ਅਕਾਲੀ ਦਲ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ। ਸੋ ਇਹੀ ਕਾਰਨ ਹੈ ਕਿ ਅਕਾਲੀ ਦਲ ਨੂੰ ਬਹੁਤ ਵੱਡਾ ਫਿਕਰ ਹੈ ਔਰ ਜਿਵੇਂ ਤੁਸੀਂ ਦੱਸਿਆ ਹੈ ਕਿ ਉਹਦੇ ਕਰਕੇ ਜਲਦੀ ਗ੍ਰਿਫਤਾਰੀ ਨਹੀਂ ਦੇਣਾ ਚਾਹੁੰਦੇ ਮਜੀਠੀਆ ਸਾਹਿਬ, ਕਿਵੇਂ ਨਾ ਕਿਵੇਂ ਉਹ ਬਚਣਾ ਚਾਹੁੰਦੇ ਨੇ। ਖਾਸ ਤੌਰ ਤੇ ਇੱਕ ਵਾਰੀ ਜ਼ਰੂਰ ਉਹ ਹਾਈ ਕੋਰਟ ਦੇ ਵਿੱਚ ਜਾਣਗੇ ਔਰ ਜੇਕਰ ਹਾਈ ਕੋਰਟ ਦੇ ਵਿੱਚੋਂ ਵੀ ਉਹਨਾਂ ਨੂੰ ਰੱਦ ਹੁੰਦੀ ਨਜ਼ਰ ਆਏਗੀ, ਉਹਨਾਂ ਨੂੰ ਜ਼ਮਾਨਤ ਨਹੀਂ ਮਿਲੇਗੀ, ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ, ਜਿੰਨੀ ਦੇਰ, ਕਹਿਣ ਤੋਂ ਭਾਵ ਹੈ ਕਿ ਸੁਪਰੀਮ ਕੋਰਟ ਜਾ ਕੇ ਵੀ ਮਸਲਾ ਜੇਕਰ ਹੱਲ ਨਹੀਂ ਹੁੰਦਾ ਤਾਂ ਉਹ ਰੂਪੋਸ਼ ਨੂੰ ਛੱਡ ਕੇ ਬਾਹਰ ਆ ਸਕਦੇ ਆ। ਸੋ ਫਿਲਹਾਲ ਉਹ ਰੂਪੋਸ਼ ਨੇ, ਅੰਡਰਗਰਾਊਂਡ ਨੇ
ਔਰ ਇਸ ਕਰਕੇ ਬੇਸ਼ੱਕ ਛਾਪੇ ਮਾਰੇ ਜਾ ਰਹੇ ਨੇ, ਪਰ ਉਹਨਾਂ ਦੀ ਕੋਸ਼ਿਸ਼ ਇਹੀ ਹੈ, ਅਕਾਲੀ ਦਲ ਦੀ ਵੀ ਔਰ ਮਜੀਠੀਆ ਸਾਹਿਬ ਦੀ ਵੀ, ਕਿ ਹਾਈ ਕੋਰਟ ਦੀ ਜਿਹੜੀ ਇੱਕ ਵਾਰੀ ਜਿਹੜੀ ਅਰਜ਼ੀ ਹੈ ਉਹਦਾ ਫੈਸਲਾ ਆ ਲੈਣ ਦੀਏ, ਉਸ ਤੋਂ ਬਾਅਦ ਕੋਈ ਨਵਾਂ ਜਿਹੜਾ ਹੈਗਾ ਡਿਸੀਜਨ ਲਿਆ ਜਾਏਗਾ। ਪਰ ਇਸ ਦੇ ਨਾਲ ਹੀ ਆਪਾਂ ਦੇਖ ਰਹੇ ਹਾਂ ਕਿ ਅਕਾਲੀ ਦਲ ਵੱਖ-ਵੱਖ ਜਿਹੜੇ ਨੇ ਐਸਐਸਪੀ ਦੇ ਆਫੀਸਰ ਜਾਂ ਆਫੀਸਰ ਜਿਹੜੇ ਹੈਗੇ ਨੇ, ਦਫ਼ਤਰ ਨੇ ਜਿਹੜੇ, ਉਹਨਾਂ ਦਾ ਘਿਰਾਓ ਜ਼ਰੂਰ ਕਰਦੇ ਨਜ਼ਰ ਆਏ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਵੀ ਨਜ਼ਰ ਆਏ ਸੀਗੇ। ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਵੀ ਹੋ ਸਕਦਾ ਹੈ ਕਿ ਉਹ ਐਸਐਸਪੀ ਦਫ਼ਤਰਾਂ ਦਾ ਘਿਰਾਓ ਕਰਨਗੇ ਔਰ ਉਮੀਦ ਹੈ ਕਿ ਅੱਜ ਜਿਹੜਾ ਹੈਗਾ ਜਦੋਂ ਇਹ ਅਰਜ਼ੀ ਲੱਗੇਗੀ, ਐਪਲੀਕੇਸ਼ਨ ਜਾਏਗੀ ਜੱਜ ਸਾਹਿਬ ਕੋਲ, ਤਾਂ ਉਹਨਾਂ ਦਾ ਫੈਸਲੇ ਉੱਤੇ ਨਿਰਭਰ ਕਰੇਗਾ ਕਿ ਉਹਨਾਂ ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਜੇਕਰ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਤਾਂ ਬਿਲਕੁਲ ਉਹਨਾਂ ਨੂੰ ਰਾਹਤ, ਵੱਡੀ ਰਾਹਤ ਮਿਲੇਗੀ, ਪਰ ਜੇਕਰ ਰਾਹਤ ਇਹ ਨਹੀਂ ਮਿਲਦੀ ਤਾਂ ਉਹਨਾਂ ਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਸੰਭਵ ਹੋ ਸਕਦੀ ਹੈ। ਖਾਨ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ, ਕਾਂਗਰਸ ਦੇ ਵੱਲੋਂ ਰੈਲੀਆਂ ਦਾ ਜਿਹੜਾ ਦੌਰਾ ਤੇਜ਼ ਕਰ ਦਿੱਤਾ, ਰੈਲੀਆਂ ਦੇ ਵਿੱਚ ਸਰਗਰਮੀਆਂ ਨਜ਼ਰ ਆਉਂਦੀਆਂ ਨੇ। ਜਿੱਥੇ ਨਵਜੋਤ ਸਿੰਘ ਸਿੱਧੂ ਹਰ ਰੈਲੀ ਦੇ ਵਿੱਚ ਪਹੁੰਚਦੇ ਨੇ, ਉੱਥੇ ਹੀ ਹੁਣ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਆ ਰਹੇ ਨੇ ਤੇ ਮੋਗਾ ਦੇ ਵਿੱਚ ਰੈਲੀ ਕਰਨਗੇ। ਇਹ ਰੈਲੀ ਖਾਸ ਰਹਿਣ ਵਾਲੀ ਆ ਕਿਉਂਕਿ 15 ਮਹੀਨਿਆਂ ਤੋਂ ਬਾਅਦ ਇਹ ਰੈਲੀ ਹੋਣ ਵਾਲੀ ਆ। ਜਦੋਂ ਪਹਿਲਾਂ ਰੈਲੀ ਕੀਤੀ ਸੀ, ਸਭ ਨੂੰ ਯਾਦ ਹੋਵੇਗਾ ਡਾਕਟਰ ਸਾਹਿਬ, ਤੇ ਦੇਖਿਆ ਹੋਵੇਗਾ ਕਿ ਜਦੋਂ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ ਇੱਕ ਟਰੈਕਟਰ ਦੇ ਉੱਤੇ ਬੈਠ ਕੇ ਤਿੰਨੋਂ ਇਕੱਠੇ ਹੀ ਰੈਲੀ ਦੇ ਵਿੱਚ ਆ ਰਹੇ ਸੀ। ਪਰ ਅੱਜ ਉਹਨਾਂ ਦੇ ਵਿੱਚੋਂ ਕਈ ਚਿਹਰੇ ਨਹੀਂ ਹੈ, ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਵੱਖ ਹੋ ਚੁੱਕੇ ਨੇ, ਉੱਥੇ ਹੀ ਨਵਜੋਤ ਸਿੰਘ ਸਿੱਧੂ, ਹਾਲਾਂਕਿ ਉਸ ਸਮੇਂ ਜਿਹੜੇ ਨਾਰਾਜ਼ ਚੱਲ ਰਹੇ ਸੀ, ਪਰ ਉਸ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਏ ਸੀ ਤੇ ਤਕਰਾਰਬਾਜ਼ੀ ਵੀ ਥੋੜੀ ਹੋਈ ਸੀ, ਉੱਥੇ ਦੇਖਣ ਨੂੰ ਮਿਲੀ ਸੀ। ਹੁਣ ਦੀ ਰੈਲੀ ਜਿਹੜੀ ਰਾਹੁਲ ਗਾਂਧੀ ਦੀ ਬੜੀ ਦਿਲਚਸਪ ਰਹਿਣ ਵਾਲੀ ਆ। ਤੇ ਕੀ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆ ਕੇ, ਜਿਵੇਂ ਅਰਵਿੰਦ ਕੇਜਰੀਵਾਲ ਆ ਕੇ ਵੱਡੇ ਐਲਾਨ ਕਰਕੇ ਜਾਂਦੇ ਨੇ, ਗਰੰਟੀਆਂ ਦੇ ਕੇ ਜਾਂਦੇ ਨੇ, ਕੀ ਰਾਹੁਲ ਗਾਂਧੀ ਵੀ ਅਜਿਹੇ ਕੋਈ ਐਲਾਨ ਕਰ ਸਕਦੇ ਨੇ? ਜੀ ਖਾਨ ਸਾਹਿਬ, ਦੇਖੋ ਕਿ ਕਿਉਂਕਿ ਹੁਣ ਇਸ ਵੇਲੇ ਸਿਖਰ ਵੱਲ ਵੱਧ ਰਿਹਾ ਹੈ ਆਪਣਾ ਚੋਣ ਪ੍ਰਚਾਰ, ਸੋ ਇਸ ਕਰਕੇ ਅਗਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਵੀ ਪੰਜਾਬ ਆ ਸਕਦੇ ਆ। ਇਹ ਵੀ ਕਾਫੀ ਸੰਭਾਵਨਾਵਾਂ ਨੇ, ਬਹੁਤ ਛੇਤੀ ਜਿਹੜੇ ਨੇ ਮੋਦੀ ਸਾਹਿਬ ਉਹ ਆਉਣਗੇ। ਔਰ ਇਸੇ ਤਰ੍ਹਾਂ ਆਪਾਂ ਦੇਖੋਗੇ ਕਿ ਵੱਖ-ਵੱਖ ਪਾਰਟੀਆਂ ਦੇ ਵੱਡੇ ਲੀਡਰ, ਜਿਹੜੇ ਨੈਸ਼ਨਲ ਲੀਡਰ ਨੇ, ਉਹ ਵੀ, ਉਹਨਾਂ ਦੀ ਆਮਦ ਵੀ ਪੰਜਾਬ ਦੇ ਵਿੱਚ ਹੋਏਗੀ। ਸੋ ਇਸੇ ਸਿਲਸਿਲੇ ਦੇ ਵਿੱਚ ਕਾਂਗਰਸ ਵੀ ਆਪਣੇ ਵੱਡੇ ਲੀਡਰ ਜਿਹੜੇ ਨੇ ਚੋਣ ਪ੍ਰਚਾਰ ਦੇ ਵਿੱਚ ਉਤਾਰੇਗੀ। ਸੋ ਉਸ ਦੇ ਨਾਲ ਸੰਬੰਧਿਤ ਰਾਹੁਲ ਜੀ ਅਗਲੇ ਦਿਨਾਂ ਦੇ ਵਿੱਚ ਮੋਗਾ ਰੈਲੀ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਆਉਣਗੇ ਪੰਜਾਬ ਦੇ ਵਿੱਚ। ਹੁਣ ਸਵਾਲ ਪੈਦਾ ਹੀ ਹੁੰਦਾ ਕਿ ਜਿਹੜੀਆਂ ਵੱਡੀਆਂ ਅਨਾਉਂਸਮੈਂਟਸ ਨੇ ਉਹ ਮੋਦੀ ਸਾਹਿਬ ਤੱਕ ਕਰ ਸਕਦੇ ਨੇ, ਕਿਉਂਕਿ ਉਹਨਾਂ ਕੋਲੇ ਸੱਤਾ ਹੈ, ਇਸ ਵੇਲੇ ਕੁਝ ਦੇਣ ਨੂੰ ਹੈ। ਪਰ ਜੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ, ਕਾਂਗਰਸ ਕੋਲੇ ਸਿਰਫ ਵਾਅਦੇ ਕੀਤੇ ਜਾ ਸਕਦੇ ਨੇ, ਉਹਨਾਂ ਦੇ ਕੋਲ ਉਹ ਵਾਅਦੇ ਕਰ ਸਕਦੇ ਨੇ ਵੱਡੇ ਵੱਡੇ, ਜਿਵੇਂ ਪਹਿਲਾਂ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਕੈਪਟਨ ਸਾਹਿਬ ਜਦੋਂ 17 ਦੇ ਵਿੱਚ ਸੱਤਾ ਦੇ ਵਿੱਚ ਆਏ ਸੀਗੇ ਤਾਂ ਬਹੁਤ ਵੱਡੇ ਵੱਡੇ ਵਾਅਦੇ ਉਹਨਾਂ ਨੇ ਕਰਾਏ ਸੀਗੇ ਔਰ ਮੈਨੂੰ ਲੱਗਦਾ ਕਿ ਇੱਕ ਰਿਕਾਰਡ ਹੀ ਤੋੜ ਦਿੱਤਾ ਸੀਗੇ ਉਹਨਾਂ ਨੇ ਵਾਅਦਿਆਂ ਦਾ। ਹੁਣ ਤੱਕ ਦੇ ਜਿਹੜੇ ਆਪਾਂ ਕਹਿ ਸਕਦੇ ਕਿ ਪਿਛਲਾ ਇਤਿਹਾਸ ਹੈ ਵਾਅਦਿਆਂ ਨੂੰ ਲੈ ਕੇ, ਉਸ ਇਤਿਹਾਸ ਨੂੰ ਉਹਨਾਂ ਨੇ ਤੋੜਿਆ ਸੀਗਾ ਔਰ ਪੀਕੇ ਸਾਹਿਬ ਉਸ ਦੇ ਸਾਰੇ ਦੇ ਪਿੱਛੇ ਸੀਗੇ। ਪਰ ਹੁਣ ਉਦੋਂ ਵੱਡੇ ਵਾਅਦੇ ਜਿਹੜੇ ਕਰਨੇ, ਜਦੋਂ ਅਸੀਂ ਨਵਜੋਤ ਸਿੰਘ ਹੋਰਾਂ ਦੀਆਂ ਸਪੀਚਿਸ ਸੁਣਦੇ ਹਾਂ ਤਾਂ ਉੱਥੋਂ ਦੇਖਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਇਸ ਵਾਰੀ ਅਸੀਂ ਵੱਡੇ ਵਾਅਦੇ ਨਹੀਂ ਕਰਾਂਗੇ, ਇਸ ਵਾਰੀ ਅਸੀਂ ਕੁਝ ਜਿਹੜੇ ਨੇ 13 ਨੁਕਾਤੀ ਪ੍ਰੋਗਰਾਮ ਦੇਵਾਂਗੇ ਔਰ ਇੱਕ ਪੂਰਾ ਚੌਕਟਾ ਦੇਵਾਂਗੇ ਔਰ ਪੂਰੇ ਪਲੈਨਿੰਗ ਦੇਵਾਂਗੇ ਔਰ ਉਸ ਦੇ ਆਧਾਰ ਦੇ ਉੱਤੇ ਕੰਮ ਕਰਦੇ ਨਜ਼ਰ ਆਵਾਂਗੇ। ਸੋ ਕਹਿਣ ਦਾ ਮਤਲਬ ਹੈ ਕਿ ਇਸ ਵਾਰੀ ਹੋ ਸਕਦਾ ਹੈ ਕਿ ਵੱਡੇ ਵਾਅਦੇ ਨਾ ਕੀਤੇ ਜਾਣ, ਲਗਾਤਾਰ ਜਿਹੜਾ ਹੈਗਾ ਬਹੁਤ ਜ਼ਿਆਦਾ ਵਾਅਦੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਨੁਕਸਾਨ ਪਹੁੰਚਾ ਸਕਦੇ ਨੇ ਕਾਂਗਰਸ ਨੂੰ, ਕਿਉਂਕਿ ਲੋਕ ਤਾਂ ਹਜੇ ਪੁਰਾਣੇ ਵਾਅਦਿਆਂ ਦਾ ਹੀ ਜਿਹੜਾ ਹੈਗਾ ਸਵਾਲ ਪੁੱਛਣਾ ਚਾਹੁੰਦੇ ਨੇ, ਉਹਨਾਂ ਦਾ ਹੀ ਹਿਸਾਬ ਕਿਤਾਬ ਕਰਨਾ ਚਾਹੁੰਦੇ ਨੇ। ਪਰ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਚੰਨੀ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿ ਅਸੀਂ ਵਾਅਦੇ ਪੂਰੇ ਕਰ ਰਹੇ ਹਾਂ ਔਰ ਅਸੀਂ ਜਿਹੜੇ ਪੁਰਾਣੇ ਸਾਡੇ ਕੋਲ ਜਿੰਨਾ ਵੀ ਕੰਮ ਹੈ ਅਸੀਂ ਐਲਾਨ ਕੀਤੇ ਹੈ ਉਹਨਾਂ ਨੂੰ ਅਸੀਂ ਪੂਰਾ ਕੀਤਾ ਹੈ। ਔਰ ਇਸੇ ਤਰ੍ਹਾਂ ਦੇ ਵਾਅਦੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਕਰਦੀ ਨਜ਼ਰ ਆਏਗੀ। ਪਰ ਕੀ ਪੰਜਾਬ ਦੇ ਲੋਕ ਇਹਨਾਂ ਵਾਅਦਿਆਂ ਦੇ ਉੱਤੇ ਵਿਸ਼ਵਾਸ ਕਰਨਗੇ, ਯਕੀਨ ਕਰਨਗੇ? ਇਹ ਇੱਕ ਵੱਡਾ ਸਵਾਲ ਹੈ। ਕੀ ਪੰਜਾਬ ਦੇ ਲੋਕ ਪਹਿਲਾਂ ਹੀ ਜਿਹੜੇ ਘਰ ਘਰ ਨੌਕਰੀ ਦਾ ਵਾਅਦਾ ਸੀਗਾ ਕਾਂਗਰਸ ਦਾ, ਜਾਂ ਇਸ ਤੋਂ ਇਲਾਵਾ ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਸੀਗਾ 4 ਹਫ਼ਤਿਆਂ ਦੇ ਵਿੱਚ, ਇਸੇ ਤਰ੍ਹਾਂ ਕਿਸਾਨਾਂ ਦੀ ਕਰਜ਼ਾ ਮਾਫੀ ਦਾ, ਹਰ ਤਰ੍ਹਾਂ ਦੀ ਕਰਜ਼ਾ ਮਾਫੀ ਦਾ ਵਾਅਦਾ ਸੀਗਾ, ਇਸੇ ਤਰ੍ਹਾਂ
ਮਨਰੇਗਾ ਨੂੰ ਲੈ ਕੇ, ਇਸੇ ਤਰ੍ਹਾਂ ਕਿਸਾਨ ਮਜ਼ਦੂਰਾਂ ਨੂੰ ਲੈ ਕੇ ਵਾਅਦੇ ਕੀਤੇ ਸੀਗੇ, ਇਸੇ ਤਰ੍ਹਾਂ ਬੁਢਾਪਾ ਪੈਨਸ਼ਨ ਬਾਰੇ ਜਿਹੜੇ ਵੱਡੇ ਵਾਅਦੇ ਕੀਤੇ ਸੀਗੇ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਵਾਅਦੇ ਜਿਹੜੇ ਨੇ ਹਜੇ ਹਵਾ ਦੇ ਵਿੱਚ ਲਟਕਦੇ ਦਿਖਾਈ ਦਿੰਦੇ ਨੇ ਕਾਂਗਰਸ ਦੇ। ਤਾਂ ਉਹਨਾਂ ਵਾਅਦਿਆਂ ਨੂੰ ਕਿਵੇਂ ਪੂਰਾ ਕੀਤਾ ਜਾਏਗਾ ਜਾਂ ਉਹਨਾਂ ਤੋਂ ਬਿਨਾਂ ਕਿਵੇਂ ਜਿਹੜਾ ਹੈਗਾ, ਖਾਸ ਤੌਰ ਤੇ ਜਿਹੜਾ ਵੱਡਾ ਸੰਕਟ ਹੈ ਕਿ 3 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈਗਾ ਲਗਾਤਾਰ ਪੰਜਾਬ ਦੇ ਉੱਤੇ ਵੱਧ ਰਿਹਾ ਹੈ, ਔਰ ਕਾਂਗਰਸ ਦੇ ਸੱਤਾ ਦੇ ਦੌਰਾਨ 5 ਸਾਲਾਂ ਦੇ ਦੌਰਾਨ ਇਹ ਕਰਜ਼ਾ ਜਿਹੜਾ ਹੈਗਾ ਉਦੋਂ ਵਧਿਆ ਹੈ, ਘਟਿਆ ਨਹੀਂ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਸ ਕਰਜ਼ੇ ਨੂੰ ਕਿਵੇਂ ਉਤਾਰਿਆ ਜਾਏਗਾ, ਇਹਦੇ ਲਈ ਵੀ ਵੱਡੇ ਸਵਾਲ ਜਿਹੜੇ ਨੇ ਪੰਜਾਬ ਦੇ ਲੋਕ ਪੁੱਛਣਾ ਚਾਹਣਗੇ। ਸੋ ਇਸ ਸਾਰੀ ਚੀਜ਼ ਨੂੰ ਕਿਵੇਂ ਟੈਕਲ ਕਰਨਗੇ, ਕੀ ਇਸ ਲਈ ਟੈਕਲ ਕੀਤਾ ਜਾਏਗਾ ਕਿ ਅਸੀਂ ਤਾਂ ਦੇਖੋ ਜੀ ਮੁਖੀ ਬਦਲਤਾ, ਮੁੱਖ ਮੰਤਰੀ ਬਦਲਤਾ, ਇਸ ਕਰਕੇ ਉਹ ਜਿਹੜਾ ਪੁਰਾਣਾ 4.5 ਸਾਲ ਦਾ ਹਿਸਾਬ ਕਿਤਾਬ ਹੈ ਉਹ ਸਾਡੇ ਵੱਸ ਦੀ ਗੱਲ ਨਹੀਂ ਹੈ, ਉਹ ਅਸੀਂ ਨਹੀਂ ਦੇਵਾਂਗੇ, ਜਾਂ ਅਸੀਂ ਸਿਰਫ 6 ਮਹੀਨਿਆਂ ਦਾ ਹੀ ਤੁਹਾਨੂੰ ਰਿਪੋਰਟ ਕੱਢ ਦੇਵਾਂਗੇ। ਸੋ ਇਹ ਬਹੁਤ ਵੱਡੇ ਸਵਾਲ ਇਸ ਵੇਲੇ ਕਾਂਗਰਸ ਦੇ ਉੱਤੇ ਜਿਹੜੇ ਨੇ ਰਾਹੁਲ ਗਾਂਧੀ ਜੀ ਨੂੰ ਲੋਕ ਪੁੱਛਣਾ ਚਾਹਣਗੇ, ਔਰ ਜਦੋਂ ਵੀ ਰਾਹੁਲ ਗਾਂਧੀ ਜੀ ਆਉਣਗੇ ਤਾਂ ਉਹਦੇ ਨਾਲ ਇੱਕ ਬੂਸਟ ਜ਼ਰੂਰ ਮਿਲੇਗਾ ਕਾਂਗਰਸ ਨੂੰ। ਪਰ ਜਿਹੜੇ ਸਵਾਲ ਨੇ, ਪੰਜਾਬ ਦੇ ਸਵਾਲ ਨੇ, ਜਿਹੜੇ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਸਵਾਲ ਨੇ, ਹੈਲਥ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਔਰ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ, ਉਹ ਸਵਾਲਾਂ ਦਾ ਜਵਾਬ ਜਿਹੜੇ ਨੇ ਉਹਨਾਂ ਕੋਲੇ ਕੀ ਹੈ, ਇਹ ਹੁਣ ਆਉਣ ਵਾਲੀ ਜਿਹੜੀ ਮੋਗਾ ਰੈਲੀ ਹੈ ਉਹਦੇ ਵਿੱਚ ਕਲੀਅਰ ਹੋਏਗਾ। ਖਾਨ ਸਾਹਿਬ ਜੀ ਬਿਲਕੁਲ, ਸਵਾਲਾਂ ਦੇ ਜਵਾਬ ਬਹੁਤ ਬੇਹੱਦ ਅਹਿਮੀਅਤ ਰੱਖਦੇ ਨੇ। ਸਵਾਲ ਲਗਾਤਾਰ ਕੀਤੇ ਜਾਂਦੇ ਨੇ, ਭਾਵੇਂ ਕਿ ਲੋਕਾਂ ਦੇ ਹੋਣ, ਭਾਵੇਂ ਕਿ ਉਹ ਦੌਰ ਯਾਦ ਕਰੀਏ ਜਦੋਂ ਪਿੰਡਾਂ ਦੇ ਵਿੱਚ ਕਿਸਾਨ ਸਿਆਸਤਦਾਨਾਂ ਨੂੰ ਘੇਰ-ਘੇਰ ਕੇ ਸਵਾਲ ਪੁੱਛਦੇ ਸੀ। ਡਾਕਟਰ ਸਾਹਿਬ, ਗੱਲ ਕਿਸਾਨਾਂ ਦੀ ਕਰਦੇ ਆ, ਕਿਸਾਨਾਂ ਦੇ ਵੱਲੋਂ ਸੰਯੁਕਤ ਸਮਾਜ ਮੋਰਚਾ ਤਾਂ ਬਣਾ ਲਿਆ, ਪਰ ਹੁਣ ਸਵਾਲ ਜਿਹੜੇ ਕਿਸਾਨ ਸਿਆਸਤਦਾਨਾਂ ਤੋਂ ਪੁੱਛਦੇ ਸੀ ਉਹ ਹੁਣ ਕਿਸਾਨਾਂ ਤੋਂ ਵੀ ਪੁੱਛਣੇ ਲਾਜ਼ਮੀ ਨੇ, ਕਿਉਂਕਿ ਕਿਸਾਨ ਸਿਆਸਤ ਦੇ ਵਿੱਚ ਪੈਰ ਧਰ ਚੁੱਕੇ ਨੇ, ਸਿਆਸਤ ਦੇ ਵਿੱਚ ਐਂਟਰੀ ਹੋ ਚੁੱਕੀ ਹੈ, ਭਾਵੇਂ ਕਿ ਉਹ ਵਾਇਆ ਸਿੰਘੂ ਵਿਧਾਨ ਸਭਾ ਹੋਵੇ, ਪਰ ਐਂਟਰੀ ਸਿਆਸਤ ਦੇ ਵਿੱਚ ਹੋ ਚੁੱਕੀ ਹੈ। ਇਲਜ਼ਾਮ ਪਹਿਲਾਂ ਹੀ ਲੱਗ ਰਹੇ ਸੀ ਕਿ ਕਿਸਾਨਾਂ ਦੀ ਮਨਸ਼ਾ ਸਾਫ਼ ਹੈ, ਕਿਸਾਨ ਸਿਆਸਤਦਾਨ ਨੇ, ਸਿਆਸੀ ਪਿੜ ਦੇ ਵਿੱਚ ਪੈਰ ਧਰਨਾ ਚਾਹੁੰਦੇ ਨੇ, ਜਿਸ ਕਰਕੇ ਇਹ ਅੰਦੋਲਨ ਦੇ ਵਿੱਚ ਬੈਠੇ ਨੇ। ਇਲਜ਼ਾਮ ਪਹਿਲਾਂ ਸੀ, ਹੁਣ ਸਵਾਲ ਵੀ ਖੜੇ ਹੁੰਦੇ ਨੇ ਕਿ ਇੰਨੇ ਘੱਟ ਸਮੇਂ ਦੇ ਵਿੱਚ ਇਹ ਕਿਸਾਨ ਸਾਰਾ ਕੁਝ ਕਰ ਪਾਉਣਗੇ। ਜਿਵੇਂ ਕਰਜ਼ਾ ਮਾਫੀ ਦੀ ਗੱਲ ਹੈ, ਹਾਲੇ ਤੱਕ ਸਿੰਬਲ ਨਹੀਂ ਮਿਲਿਆ, ਤੇ ਜਦੋਂ ਵੱਡੀ ਗੱਲ ਇਹ ਹੈ, ਵੱਡੇ ਸਵਾਲ ਇਹ ਹੈ ਕਿ ਕਿਸਾਨਾਂ ਦੇ ਵਿੱਚ ਆਪਸੀ ਜਿਹੜਾ ਫੁੱਟ ਪੈ ਚੁੱਕੀ ਹੈ। ਆਪਸੀ ਜਿਹੜੀ ਜਥੇਬੰਦੀਆਂ, 32 ਜਥੇਬੰਦੀਆਂ ਸੀ, ਉਹ ਆਪਸ ਦੇ ਵਿੱਚ ਪਟ ਗਈਆਂ। ਕੱਲ ਨੂੰ ਕੋਈ ਕਾਨੂੰਨ ਆਉਂਦਾ ਨਵਾਂ, ਜਿਵੇਂ ਸੰਕੇਤ ਮਿਲ ਰਹੇ ਨੇ ਕਿ ਨਵਾਂ ਕਾਨੂੰਨ ਲਾਗੂ ਹੋ ਸਕਦੇ ਨੇ, ਮੁੜ ਤੋਂ ਨਰਿੰਦਰ ਤੋਮਰ ਨੇ ਦਿੱਤਾ ਸੀ, ਤਾਂ ਕੀ ਅਜਿਹਾ ਅੰਦੋਲਨ ਖੜਾ ਕਰਨਾ ਸੰਭਵ ਹੋਵੇਗਾ? ਕੀ ਕਿਸਾਨ ਇਕਜੁੱਟ ਹੋਣਗੇ? ਕਿਉਂਕਿ ਉਹ ਤਾਂ ਸਿਆਸਤਦਾਨ ਬਣ ਗਏ ਜਿਹੜੇ ਕਿਸਾਨ ਲੀਡਰ ਸੀ। ਇਹ ਸਵਾਲ ਸਭ ਦੇ ਮਨਾਂ ਦੇ ਵਿੱਚ ਨੇ। ਖਾਨ ਸਾਹਿਬ ਦੇਖੋ, ਜਦੋਂ ਕੋਈ ਵੀ ਪਾਰਟੀ ਬਣਦੀ ਹੈ, ਜਦੋਂ ਸਿਆਸਤ ਦੇ ਵਿੱਚ ਐਂਟਰੀ ਹੁੰਦੀ ਹੈ, ਤਾਂ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਉਹਦੇ ਕੋਲੇ ਸੰਗਠਨਾਤਮਕ ਢਾਂਚਾ ਚਾਹੀਦਾ ਉਹਨੂੰ, ਨੰਬਰ 1। ਨੰਬਰ 2, ਉਹਦੀ ਕੋਈ ਵਿਚਾਰਧਾਰਾ ਹੁੰਦੀ ਹੈ। ਵਿਚਾਰਧਾਰਾ ਦਾ ਮਤਲਬ ਹੈ ਕਿ ਕੀ ਪੰਜਾਬ ਦੀਆਂ ਜਿਹੜੀਆਂ ਆਪਾਂ ਪਿਛਲੇ ਹੁਣ ਪ੍ਰੋਗਰਾਮ ਦੇ ਵਿੱਚ ਗੱਲਾਂ ਕੀਤੀਆਂ ਨੇ ਕਿ ਪੰਜਾਬ ਦਾ ਕੋਈ ਮਾਡਲ ਹੈ ਉਹਨਾਂ ਕੋਲੇ। ਪੰਜਾਬ ਨੂੰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈਗਾ ਉਹਦੇ ਚੋਂ ਕਿਵੇਂ ਕੱਢਿਆ ਜਾ ਸਕਦਾ ਹੈ, ਪੰਜਾਬ ਦੀ ਐਜੂਕੇਸ਼ਨ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਪੰਜਾਬ ਦੀ ਹੈਲਥ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਪੰਜਾਬ ਦਾ ਜਿਹੜਾ ਮਾਫੀਆ ਹੈ ਉਹਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ। ਯਾਨੀ ਕਿ ਬਹੁਤ ਸਾਰੇ ਵੱਡੇ ਸਵਾਲ ਇਸ ਵੇਲੇ ਪੰਜਾਬ ਦੇ ਅੱਗੇ ਖੜੇ ਨੇ, ਔਰ ਉਸ ਨੂੰ ਉਹੀ ਪਾਰਟੀ ਕਰ ਸਕਦੀ ਹੈ ਕੰਪਲੀਟ, ਜਾਂ ਪੂਰਾ ਕਰ ਸਕਦੀ ਹੈ ਜਿਨ੍ਹਾਂ ਕੋਲੇ ਪਹਿਲੀ ਗੱਲ ਤਾਂ ਕੋਈ ਵਿਚਾਰਧਾਰਾ ਹੈ, ਕੋਈ ਮਾਡਲ ਹੈ ਉਹਦਾ। ਜਿੰਨੀ ਦੇਰ ਤੁਹਾਡੇ ਕੋਲੇ ਉਹ ਮਾਡਲ ਨਹੀਂ ਹੈ, ਉਨੀ ਦੇਰ ਤੁਸੀਂ ਨਹੀਂ ਇਹ ਸਾਰੇ ਸੰਕਟਾਂ ਨੂੰ ਪਾਰ ਕਰ ਸਕਦੇ। ਸੋ ਦੂਜੀ ਗੱਲ ਹੈ ਕਿ ਆਪਾਂ ਸਾਰੇ ਜਾਣਦੇ ਹਾਂ, ਤੁਸੀਂ ਹੁਣੀ ਕਿਹਾ ਕਿ ਵੱਖ-ਵੱਖ ਪਾਰਟੀਆਂ ਨੂੰ ਮਿਲਾ ਕੇ, ਵੱਖ-ਵੱਖ ਪਾਰਟੀਆਂ ਦਾ ਜਾਂ ਵੱਖ-ਵੱਖ ਜਥੇਬੰਦੀਆਂ ਦਾ ਜਦੋਂ ਸੰਬੰਧ ਹੈ ਤਾਂ ਇਹਦਾ ਮਤਲਬ ਹੈ ਕਿ ਵੱਖ-ਵੱਖ ਵਿਚਾਰਧਾਰਾਵਾਂ ਨੇ, ਉਹ ਕੱਲੀਆਂ ਜਥੇਬੰਦੀਆਂ ਨਹੀਂ ਹੈਗੀਆਂ ਕਿਸਾਨਾਂ ਦੀਆਂ, ਵੱਖ-ਵੱਖ ਵਿਚਾਰਧਾਰਾਵਾਂ ਨਾਲ ਸੰਬੰਧਿਤ ਨੇ। ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਬਣ ਦੀ ਲੱਕੜੀ ਇੱਕ ਜਗ੍ਹਾ ਇਕੱਠੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਕੀ ਹੁੰਦਾ ਕਿ ਉਹਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹੁੰਦੀਆਂ ਨੇ ਕਿ ਕਿਸੇ ਵੇਲੇ ਵੀ ਉਹ ਜਿਹੜੀ ਹੈਗੀ ਹੈ ਟੁੱਟ ਸਕਦੀ ਹੈ। ਉਹ ਗਠੜੀ ਜਿਹੜੀ ਧੱਕੇ ਦੇ ਨਾਲ ਬੰਨੀ ਹੁੰਦੀ ਹੈ, ਉਹ ਗਠੜੀ ਦਾ ਜਿਹੜਾ ਹੈਗਾ ਕਦੇ ਵੀ ਉਹ ਤੀਲਾ ਹੋ ਸਕਦੀ ਹੈ, ਖੇਰੂ ਹੋ ਸਕਦੀ ਹੈ। ਸੋ ਇਹੀ ਕਾਰਨ ਹੈ ਕਿ ਲਗਾਤਾਰ ਇਹਦੇ ਵਿੱਚੋਂ ਵੀ ਵਿਰੋਧ ਪਹਿਲਾਂ ਵੀ ਉੱਠਦੇ ਰਹੇ ਆ, ਹੁਣ ਵੀ ਉੱਠਦੇ ਰਹੇ, ਔਰ ਆਪਾਂ ਨੂੰ ਪਤਾ ਹੈ ਕਿ ਚੜੂਨੀ ਸਾਹਿਬ ਜਦੋਂ ਗੱਲ ਕਰਦੇ ਸੀਗੇ ਕਿ ਅਸੀਂ ਪੋਲੀਟੀਕਲ ਪਾਰਟੀ ਬਣਾ ਕੇ ਸਾਨੂੰ ਲੜਨਾ ਚਾਹੀਦਾ, ਉਦੋਂ ਇਹੀ ਜਥੇਬੰਦੀਆਂ ਵਿਰੋਧ ਕਰਦੀਆਂ ਸੀਗੀਆਂ। ਪਰ ਹੁਣ ਕਿਉਂਕਿ ਆਪ ਉਹ ਇਹਦੇ ਵਿੱਚ ਕੁੱਦ ਚੁੱਕੀਆਂ ਨੇ, ਹੁਣ ਚੜੂਨੀ ਸਾਹਿਬ ਨੂੰ ਕਿਉਂ ਨਹੀਂ ਨੇੜੇ ਲਾਇਆ ਜਾ ਰਿਹਾ, ਇਹਦੇ ਬਾਰੇ ਵੀ ਵੱਖਰੇ ਸਵਾਲ ਨੇ।
ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲੇ ਕੋਈ ਪ੍ਰੋਗਰਾਮ ਨਹੀਂ ਹੈ, ਸਿਰਫ ਤੁਸੀਂ ਇਸ ਕਰਕੇ ਕਿ ਤੁਸੀਂ ਸੰਯੁਕਤ ਮੋਰਚੇ ਦੇ ਰਾਹੀਂ, ਹਾਂ ਤੁਹਾਡਾ ਇੱਕ ਪ੍ਰੈਸ਼ਰ ਗਰੁੱਪ ਸੀਗਾ ਉਸ ਵੇਲੇ, ਤੁਸੀਂ ਜਿੱਤਿਆ, ਇਹ ਲੋਕਾਂ ਨੇ ਤੁਹਾਨੂੰ ਮਾਣ ਸਤਿਕਾਰ ਦਿੱਤਾ। ਇਹਨਾਂ ਨੂੰ ਆਪਾਂ ਸਾਰੇ ਜਾਣਦੇ ਹਾਂ ਕਿ ਵੱਡੇ ਵੱਡੇ ਜਿਹੜੇ ਇਹਦੇ ਵਿੱਚੋਂ ਕਿਸਾਨ ਲੀਡਰ ਪੈਦਾ ਹੋਏ, ਉਹ ਇਸੇ ਕਰਕੇ ਹੋਏ ਸੀਗੇ ਕਿਉਂਕਿ ਸਾਂਝਾ ਫਰੰਟ ਸੀਗਾ, ਸਾਂਝਾ ਇੱਕ ਮਾਹੌਲ ਸੀਗਾ, ਸਾਂਝਾ ਸੰਘਰਸ਼ ਸੀਗਾ, ਉਹਦੇ ਕਰਕੇ ਲੋਕਾਂ ਨੇ ਇਹਨਾਂ ਨੂੰ ਅੱਖਾਂ ਤੇ ਬਿਠਾਇਆ। ਪਰ ਹੁਣ ਕੀ ਹੈ ਕਿ ਹੁਣ ਜਦੋਂ ਉਹ ਸਾਰਾ ਸੰਘਰਸ਼ ਆਪਾਂ ਸਾਰੇ ਜਾਣਦੇ ਹਾਂ ਕਿ ਪੋਸਟਪੋਨ ਹੋ ਚੁੱਕਿਆ ਹੈ, ਮੰਗਾਂ ਮੰਨੀਆਂ ਜਾ ਚੁੱਕੀਆਂ ਨੇ, ਸੋ ਇਸ ਕਰਕੇ ਉਹ ਸਾਰੀ ਚੀਜ਼ ਖਿੰਡਦੀ ਨਜ਼ਰ ਆ ਰਹੀ ਹੈ। ਔਰ ਉਹ ਸਾਰੀ ਜਿਹੜੀਆਂ ਵਿਚਾਰਧਾਰਾਵਾਂ ਨੇ ਉਹਦੇ ਵਿੱਚ ਆਪਣੀਆਂ ਆਪਣੀਆਂ ਵਿਚਾਰਧਾਰਾਵਾਂ ਰਹਿ ਜਾਣਗੀਆਂ, ਪਰ ਜਿਹੜਾ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਹੈ ਜਿਹਦੇ ਉੱਤੇ ਤੁਸੀਂ ਲੜਨਾ ਹੈ, ਜਿਹਦੇ ਉੱਤੇ ਚੋਣਾਂ ਤੁਸੀਂ ਲੜਨੀਆਂ ਨੇ, ਉਹ ਤੁਹਾਨੂੰ ਜਿੰਨੀ ਦੇਰ ਉਹ ਤੁਹਾਡੇ ਕੋਲ ਨਹੀਂ ਆਉਂਦਾ ਪ੍ਰੋਗਰਾਮ, ਉਨੀ ਦੇਰ ਲੋਕ ਜਿਹੜੇ ਨੇ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਹਾਂ, ਜਿੱਥੇ ਜਿੱਥੇ ਤੁਹਾਡਾ ਪ੍ਰੈਸ਼ਰ ਹੈ, ਜਿੱਥੇ ਜਿੱਥੇ ਵੱਖ-ਵੱਖ ਜਥੇਬੰਦੀਆਂ ਦਾ ਆਪਣਾ ਕਾਡਰ ਹੈ, ਉੱਥੇ ਉੱਥੇ ਜ਼ਰੂਰ ਉਹ ਵੱਖ-ਵੱਖ ਪਾਰਟੀਆਂ ਦੀਆਂ ਵੋਟਾਂ ਤੋੜ ਸਕਦੇ ਆ। ਖਾਸ ਤੌਰ ਤੇ ਉਹਦੇ ਵਿੱਚ ਅਕਾਲੀ ਦਲ ਦੀਆਂ, ਕਿਉਂਕਿ ਬਹੁਤ ਨੇੜੇ ਤੋਂ ਕਿਸਾਨੀ ਦੀਆਂ ਵੋਟਾਂ ਉਹਨਾਂ ਨਾਲ ਜੁੜੀਆਂ ਹੋਈਆਂ ਸੀਗੀਆਂ, ਉਹਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਕਾਂਗਰਸ ਜਿਹੜੀ ਹੈਗੀ ਆ, ਉਹ ਵੀ ਕਿਸਾਨਾਂ ਦੇ ਜ਼ੋਰ ਦੇ ਨਾਲ ਜਿੱਤਦੀ ਰਹੀ ਆ ਪਿੰਡਾਂ ਦੇ ਵਿੱਚ, ਉਹਨੂੰ ਕਾਫੀ ਜਿਹੜਾ ਹੈਗਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਤਾਂ ਕਿਉਂਕਿ ਇੱਕ ਸ਼ਹਿਰੀ ਪਾਰਟੀ ਹੈ ਔਰ ਸ਼ਹਿਰ ਦੇ ਵਿੱਚ ਉਹਨਾਂ ਦਾ ਕਾਡਰ ਹੈ, ਔਰ ਸ਼ਹਿਰ ਤੋਂ ਇਲਾਵਾ ਜੇਕਰ ਉਹ ਪਿੰਡਾਂ ਦੇ ਵਿੱਚ ਵੀ ਜਾਂਦੀ ਹੈ ਤਾਂ ਉੱਥੇ ਵੀ ਨੁਕਸਾਨ ਜਿਹੜਾ ਹੈਗਾ ਬੀਜੇਪੀ ਦਾ ਵੀ ਹੋ ਸਕਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਤਿੰਨੇ ਪਾਰਟੀਆਂ ਦੇ ਵੱਡੇ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਪਰ ਇਹਦੇ ਵਿੱਚ ਆਪਾਂ ਕਹੀਏ ਕਿ ਕਿਸਾਨ ਮੋਰਚਾ ਜਿੱਤ ਜਾਏਗਾ, ਕੋਈ ਸੀਟਾਂ ਕੱਢੇਗਾ, ਇਦਾਂ ਦੀਆਂ ਕੋਈ ਸੰਭਾਵਨਾਵਾਂ ਫਿਲਹਾਲ ਨਜ਼ਰ ਨਹੀਂ ਆ ਰਹੀਆਂ, ਕਿਉਂਕਿ ਨਾ ਤਾਂ ਉਹਨਾਂ ਕੋਲੇ ਫਿਲਹਾਲ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਕੋਲੇ ਚੋਣ ਨਿਸ਼ਾਨ ਨਹੀਂ ਹੈ, ਉਹਨਾਂ ਕੋਲੇ ਜਥੇਬੰਦਕ ਢਾਂਚਾ ਨਹੀਂ ਹੈ, ਉਹਨਾਂ ਦੀਆਂ ਵਿਚਾਰਧਾਰਾਵਾਂ ਵੱਖਰੀਆਂ ਵੱਖਰੀਆਂ ਨੇ। ਇਸੇ ਤਰ੍ਹਾਂ ਉਹਨਾਂ ਕੋਲੇ ਸਮਾਂ ਘੱਟ ਹੋਣ ਕਰਕੇ ਆਪਣਾ ਜਿਹੜਾ ਮਨੋਰਥ ਪੱਤਰ ਦੇਣਾ ਤੁਸੀਂ ਕਿ ਸਾਡੇ ਕੋਲੇ ਆਹ ਪ੍ਰੋਗਰਾਮ ਹੈ, ਉਹ ਪ੍ਰੋਗਰਾਮ ਵੀ ਨਹੀਂ ਹੈ। ਸੋ ਕਹਿਣ ਦਾ ਕੁੱਲ ਮਿਲਾ ਕੇ ਜਦੋਂ ਅਸੀਂ ਵੇਖਦੇ ਹਾਂ ਤਾਂ ਲਾਜ਼ਮੀ ਤੌਰ ਤੇ ਜਿਹੜੀਆਂ ਨੇ ਇਸ ਮਿਸ਼ਨ ਦੀਆਂ ਸੰਭਾਵਨਾਵਾਂ ਨਹੀਂ ਹੈਗੀਆਂ ਕਿ ਉਹ ਕਾਮਯਾਬ ਹੋਏਗਾ ਔਰ ਕੋਈ ਸੀਟਾਂ ਕੱਢ ਕੇ ਜਾਏਗਾ। ਹਾਂ, ਦੂਜੀਆਂ ਪਾਰਟੀਆਂ ਨੂੰ ਨੁਕਸਾਨ ਥੋੜਾ ਬਹੁਤ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਇਹ ਕਿਸਾਨ ਮੋਰਚਾ। ਖਾਨ ਸਾਹਿਬ ਜੀ ਜੀ ਬਿਲਕੁਲ। ਡਾਕਟਰ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੀਮਤੀ ਸਮਾਂ ਦਿੱਤਾ, ਆਪਣੀ ਬੇਬਾਕ ਗੱਲਾਂ ਦਰਸ਼ਕਾਂ ਤੱਕ ਪਹੁੰਚਾਈਆਂ, ਹਰ ਖਬਰ ਦੀ ਘੋਖ ਕੀਤੀ ਆ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ 'ਚ ਮਿਲਦੇ ਹਾਂ, ਕਿਸੇ ਹੋਰ ਮੁੱਦੇ ਤੇ ਚਰਚਾ ਕਰਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।